ਕਿਵੇਂ 5-500 ਦੇ ਜੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਯੁੱਧ ਕਲਾ ਦੇ ਅਨੁਸਾਰ ਤਿਆਰ ਕੀਤੇ ਸਨ ਅਤੇ ਕਿਵੇਂ ਉਹ ਇੱਕ ਨੇ 1.25 ਲੱਖ ਵਾਂਗ ਜੂਝ ਕੇ ਇਹ ਵਿਖਾਇਆ ਕਿ ਕਿਸ ਤਰੀਕੇ ਜਦੋਂ ਅਣਖ ਨੂੰ ਸੱਟ ਵੱਜਦੀ ਹੈ ਨਾ ਅਤੇ ਕਿਵੇਂ ਖੜੇ ਹੋਈਦਾ। ਕਮਾਲ ਵੇਖੋ ਕਿ ਤੀਰਾਂ ਦਾ ਮੀਂਹ ਹੋਵੇ ਅਤੇ ਇੱਕ ਜਿਹੜਾ ਮੌਤ ਲਾੜੀ ਨੂੰ ਵਿਆਹੁਣ ਲਈ ਤੁਰਿਆ ਹੋਵੇ। ਉਹ ਮਿਸਾਲ ਜੇ ਕਿ ਇੱਕ ਬਾਂਹ ਉਤਰੀ ਹੋਈ ਵੀ ਇੱਕੋ ਬਾਂਹ ਨਾਲ ਜੈਕਾਰਾ ਗੱਜਦੇ ਹੋਏ ਕਿਵੇਂ ਇੱਕ ਦੁਸ਼ਮਣ ਨੂੰ 2-2 ਹਿੱਸਿਆਂ ਵਿੱਚ ਵੱਢਿਆ ਗਿਆ ਅਤੇ ਉਦੋਂ ਤੱਕ ਜੰਗ ਲੜੀ ਗਈ ਜਦੋਂ ਤੱਕ ਸਿਰ ਧੜ ਤੋਂ ਅਲੱਗ ਨਾ ਹੋ ਗਿਆ। ਇਹ ਹੁੰਦੀ ਜੇ ਅਣਖ ਦੀ ਜੰਗ, ਕਿਉਂਕਿ ਬਾਜ਼ੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਮੇਂ ਇੱਜ਼ਤ ਦੀ ਲੱਗ ਗਈ ਸੀ। ਅਸੀਂ ਆਨੰਦਪੁਰ ਸਾਹਿਬ ਨੂੰ ਬਚਾਉਣਾ ਹੈ, ਹਰ ਹਾਲ ਬਚਾਉਣਾ ਹੈ। ਜਿਹੜੇ ਬੜੇ ਮਸ਼ਹੂਰ ਹੋਏ ਸਨ ਬਾਅਦ ਵਿੱਚ ਕਿ ਸਿੰਘਾਂ ਦੇ 12 ਵੱਜਦੇ ਨੇ, ਉਹ 12 ਸਨ ਸਿੰਘਾਂ ਦੇ ਜਾਗਣ ਦਾ ਸਮਾਂ, ਸ਼ੇਰਾਂ ਦੇ ਗਰਜਨ ਦਾ ਸਮਾਂ। ਅਤੇ ਉਹ ਡਰ, ਉਹ ਭੈ ਇੰਨਾ ਫੈਲ ਗਿਆ ਸੀ ਜੰਗ ਦੇ ਵਿੱਚ ਕਿ 12 ਵੱਜਣ ਲੱਗੇ ਨੇ, ਉਹ ਦਹਿਸ਼ਤ ਸੀ ਕਿ ਸ਼ੇਰ ਨਿਕਲਣ ਵਾਲਾ ਜੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਫਤਿਹ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਗੱਲ ਕੀਤੀ ਸੀ ਕਿਵੇਂ 5-500 ਦੇ ਜੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਯੁੱਧ ਕਲਾ ਦੇ ਅਨੁਸਾਰ ਤਿਆਰ ਕੀਤੇ ਸਨ ਅਤੇ ਕਿਵੇਂ ਉਹ ਇੱਕ ਨੇ 1.25 ਲੱਖ ਵਾਂਗ ਜੂਝ ਕੇ ਇਹ ਵਿਖਾਇਆ ਕਿ ਕਿਸ ਤਰੀਕੇ ਜਦੋਂ ਅਣਖ ਨੂੰ ਸੱਟ ਵੱਜਦੀ ਹੈ ਨਾ ਅਤੇ ਕਿਵੇਂ ਖੜੇ ਹੋਈਦਾ। ਉਹ ਸਮਾਂ ਸੀ ਜਦੋਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਇਹਨਾਂ ਤੱਥਾਂ ਨੂੰ, ਇਹਨਾਂ ਬਹਾਦਰੀ ਦੇ ਤੱਥਾਂ ਨੂੰ ਪਰੋਇਆ ਗਿਆ, ਕਿਉਂਕਿ ਉਦੋਂ ਇੱਕ ਸਿੰਘ ਜਦੋਂ ਨਿਕਲਦਾ ਸੀ, ਜਦੋਂ ਉਸ ਥਾਂ ਤੋਂ, ਕਿਲੇ ਤੋਂ ਬਾਹਰ ਨਿਕਲ ਕੇ ਜੂਝਦਾ ਸੀ, ਕਿਵੇਂ ਤੀਰਾਂ, ਤੋਪਾਂ ਅਤੇ ਗੋਲੀਆਂ ਦਾ ਸਾਹਮਣਾ ਕਰਦਾ ਸੀ ਅਤੇ ਕਿਵੇਂ ਲਾਸ਼ਾਂ ਦੇ ਢੇਰ ਵਿਛਾ ਦਿੰਦਾ ਸੀ। ਅੱਖ ਦੇ ਫੋਰ ਦੇ ਵਿੱਚ ਕਿਵੇਂ ਘੁਮਾਊਦਾਰ ਵਾਰਾਂ ਨਾਲ ਤਲਵਾਰਾਂ ਚੱਲਦੀਆਂ ਸਨ। ਬਾ ਕਮਾਲ, ਉਸ ਨੂੰ ਲਿਖਣ ਲਈ ਜਾਂ ਬੋਲਣ ਲਈ ਸ਼ਬਦਾਂ ਦੀ ਘਾਟ ਹੈ, ਕਿਉਂਕਿ ਉਸ ਤਰੀਕੇ ਦਾ ਜੰਗ ਦੁਬਾਰਾ ਕਦੇ ਇਸ ਦੁਨੀਆ ਦੇ ਕਿਸੇ ਹਿੱਸੇ ਵਿੱਚ ਬਹਾਦਰੀ ਦੇ ਨਾਲ ਭਰਿਆ ਹੋਇਆ ਉਹ ਯੁੱਧ ਦਾ ਮੈਦਾਨ ਫਿਰ ਵੇਖਣ ਨੂੰ ਮਿਲਿਆ ਨਹੀਂ। ਕਮਾਲ ਵੇਖੋ ਕਿ ਤੀਰਾਂ ਦਾ ਮੀਂਹ ਹੋਵੇ ਅਤੇ ਇੱਕ ਜਿਹੜਾ ਮੌਤ ਲਾੜੀ ਨੂੰ ਵਿਆਹੁਣ ਲਈ ਤੁਰਿਆ ਹੋਵੇ, ਸਿਰ ਧੜ ਦੀ ਬਾਜ਼ੀ ਲਾਉਣ ਲਈ ਨਿਕਲਿਆ ਹੋਵੇ ਅਤੇ ਸਿਰ 'ਤੇ ਕਫਨ ਬੰਨ੍ਹਿਆ ਹੋਵੇ। ਉਸ ਨੂੰ ਕੀ ਦੱਸਦੇ ਨੇ ਇਹ ਤੀਰ, ਕੀ ਉਹਨੂੰ ਫਰਕ ਪੈਂਦਾ ਜੇ ਤੋਪਾਂ ਦੇ ਗੋਲਿਆਂ ਦਾ। ਅਤੇ ਉਹ ਮਿਸਾਲ ਜੇ ਕਿ ਇੱਕ ਬਾਂਹ ਉਤਰੀ ਹੋਈ ਵੀ ਇੱਕੋ ਬਾਂਹ ਨਾਲ ਜੈਕਾਰਾ ਗੱਜਦੇ ਹੋਏ ਕਿਵੇਂ ਇੱਕ ਦੁਸ਼ਮਣ ਨੂੰ 2-2 ਹਿੱਸਿਆਂ ਵਿੱਚ ਵੱਢਿਆ ਗਿਆ ਅਤੇ ਉਦੋਂ ਤੱਕ ਜੰਗ ਲੜੀ ਗਈ ਜਦੋਂ ਤੱਕ ਸਿਰ ਧੜ ਤੋਂ ਅਲੱਗ ਨਾ ਹੋ ਗਿਆ। ਇਹ ਹੁੰਦੀ ਜੇ ਅਣਖ ਦੀ ਜੰਗ, ਕਿਉਂਕਿ ਬਾਜ਼ੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਮੇਂ ਇੱਜ਼ਤ ਦੀ ਲੱਗ ਗਈ ਸੀ। ਅਸੀਂ ਆਨੰਦਪੁਰ ਸਾਹਿਬ ਨੂੰ ਬਚਾਉਣਾ ਹੈ, ਹਰ ਹਾਲ ਬਚਾਉਣਾ ਹੈ। ਵੈਰੀਆਂ ਉੱਤੇ ਜਿਸ ਤਰੀਕੇ ਟੁੱਟ ਕੇ ਸਿੰਘ ਪਏ, ਕਮਾਲ ਵੇਖੋ, ਇਤਿਹਾਸਕਾਰ ਲਿਖਦੇ ਨੇ ਵਧੀਕੀ ਇੱਕ ਵੀ ਵਾਰ ਨਹੀਂ ਕੀਤੀ ਗਈ। ਜੇ ਦੁਸ਼ਮਣ ਬਿਨਾਂ ਕਿਸੇ ਹਥਿਆਰ ਦੇ ਦਿਸਦਾ ਸੀ ਤਾਂ ਵਾਰ ਨਹੀਂ ਸੀ ਕੀਤਾ ਜਾਂਦਾ, ਉਹਦੇ ਹੱਥ ਵਿੱਚ ਵਾਪਸ ਤਲਵਾਰ ਫੜਾਈ ਜਾਂਦੀ ਸੀ ਅਤੇ ਫਿਰ ਵਾਰ ਕੀਤਾ ਜਾਂਦਾ ਸੀ। ਸੁਣਿਆ ਜਾਂ ਦੇਖਿਆ ਵੀ ਨਹੀਂ ਹੋਣਾ ਅਜਿਹੀ ਗੱਲ ਬਾਰੇ, ਕਿਉਂਕਿ ਰੱਖਿਆ ਗੁਰੂ ਸਾਹਿਬ ਦਾ ਹੁਕਮ ਸੀ, ਸਿਰਫ ਆਪਣੇ ਸਵੈ ਰੱਖਿਆ ਲਈ ਹੀ ਚੁੱਕਣੀ ਹੈ ਤਲਵਾਰ, ਬੇਲੋੜੀ ਤਲਵਾਰ ਚੁੱਕਣੀ ਨਹੀਂ। ਇਹ ਫਕੀਰਾਨਾ ਜ਼ਿੰਦਗੀ ਜਿਉਣ ਵਾਲਿਆਂ ਦੀ ਜੰਗ ਸੀ ਅਤੇ ਪਤਾ ਜੇ ਕਿੰਨੀ ਦੇਰ ਚੱਲੀ, 1 ਮਹੀਨਾ। ਜਿੱਥੇ ਇਹ ਸੋਚ ਕੇ ਰਾਜੇ ਤੁਰੇ ਸਨ ਅਤੇ ਜਿੱਥੇ ਔਰੰਗਜ਼ੇਬ ਨੇ ਇਹ ਸੋਚ ਲਿਆ ਸੀ ਕਿ ਇਹ ਪਲਾਂ ਛਿਨਾਂ ਦੀ ਜੰਗ ਹੈ, ਅਸਾਵੀਂ ਜੰਗ ਹੈ, ਮਿੰਟਾਂ ਸਕਿੰਟਾਂ ਵਿੱਚ ਫਤਿਹ ਕਰ ਲੈਣੀ ਹੈ, ਉੱਥੇ ਇਹ ਗਿਣੇ ਚੁਣੇ ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਫੌਜ ਦੇ ਸਾਹਮਣੇ 1 ਮਹੀਨਾ ਪਰ ਜੰਗ, ਉਹ ਵੀ ਮੂੰਹ ਤੋੜ ਜਵਾਬ ਜਦੋਂ ਦਿੱਤਾ ਹੋਵੇ ਤਾਂ ਯਕੀਨਨ ਰਾਜਿਆਂ ਨੇ ਵੀ ਹਿੱਲਣਾ ਸੀ। ਫਿਰ ਉਹ ਫੌਜ ਜਿਹੜੀ ਸਰਕਾਰੀ ਤਨਖਾਹ 'ਤੇ ਸੀ, ਉਹਦਾ ਵੀ ਮਨੋਬਲ ਡਿੱਗਣਾ ਸੀ। ਅਤੇ ਸੋਚ ਕੇ ਵੇਖੀ ਉਹ ਧਾੜਵੀ ਜਿਹੜੇ ਸਿਰਫ ਲੁੱਟਣ ਆਏ ਸਨ, ਕਿੰਨੀ ਕੁ ਦੇਰ ਇਸ ਤਰ੍ਹਾਂ ਬੈਠੇ ਰਹਿੰਦੇ। ਸੋ ਉਸ ਸਮੇਂ ਸਾਰੀ ਫੌਜ ਵਿੱਚ ਵੀ, ਧਾੜਵੀਆਂ ਵਿੱਚ ਵੀ
ਇਹ ਰੌਲਾ ਪੈ ਗਿਆ ਕਿ ਭਾਈ ਇਹ ਤਾਂ ਲੱਗਦਾ ਹੀ ਨਹੀਂ ਅਸੀਂ ਜਿੱਤ ਸਕਾਂਗੇ। ਇਹ ਸਾਹਮਣਾ ਤਾਂ ਕਿਸੇ ਅਜੀਬ ਹੀ ਤਰ੍ਹਾਂ ਦੇ ਲੋਕਾਂ ਨਾਲ ਹੋਇਆ, ਜਿਹੜੇ ਹਾਰ ਮੰਨਦੇ ਹੀ ਨਹੀਂ, ਜਿਨ੍ਹਾਂ ਦਾ ਇੱਕ ਹੱਥ ਵੀ ਵੱਢਿਆ ਗਿਆ, ਇੱਕ ਬਾਂਹ ਵੀ ਵੱਢੀ ਗਈ, ਫਿਰ ਵੀ 10-10 ਨੂੰ ਵੱਢ ਕੇ ਮਰਦੇ ਨੇ। ਇਹਨਾਂ ਦੇ ਸਾਹਮਣੇ ਅਸੀਂ ਤਾਂ ਨਹੀਂ ਟਿਕ ਸਕਣ ਲੱਗੇ। ਮਨੋਬਲ ਡਿੱਗਣਾ ਸ਼ੁਰੂ ਹੋ ਗਿਆ। ਅਤੇ ਫਿਰ ਸੂਬੇਦਾਰਾਂ ਨੂੰ ਵੀ ਦਿਸ ਰਿਹਾ ਸੀ ਇਹ ਮੁਕਾਬਲਾ ਹੁਣ ਸੰਭਵ ਨਹੀਂ, ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਣ ਲੱਗੇ, ਕਿਉਂਕਿ ਇਹ ਸ਼ੇਰ ਜਾਪਦੇ ਨੇ, ਸਹੀ ਮਾਇਨਿਆਂ ਵਿੱਚ ਸ਼ੇਰ। ਨਾਮੁਮਕਿਨ ਹੈ ਸਿੱਧੇ ਤਰੀਕੇ ਅਸੀਂ ਜੰਗ ਜਿੱਤ ਸਕੀਏ। ਤਾਂ ਫਿਰ ਘੇਰਾਬੰਦੀ ਜਾਰੀ ਰੱਖੀ ਗਈ, ਇਹ ਸੋਚ ਕੇ ਕਿ ਅੰਦਰ ਕੋਈ ਸਹਾਇਤਾ ਲਈ ਪਹੁੰਚ ਨਹੀਂ ਸਕੇਗਾ, ਨਾ ਇਹਨਾਂ ਨੂੰ ਖੁਰਾਕ, ਨਾ ਰਸਦ, ਨਾ ਕੋਈ ਹਥਿਆਰ, ਤਾਂ ਫਿਰ ਸੌਖਿਆਂ ਢਾਹ ਲਵਾਂਗੇ। ਇਸ ਸੋਚ ਦੇ ਨਾਲ ਮਹੀਨਾ ਭਰ ਸਾਰਾ ਚੁਫੇਰਾ ਬੰਦ ਕਰ ਲਿਆ ਗਿਆ। ਪਰ ਕਮਾਲ ਵੇਖੋ, ਸੋਚ ਕੇ ਅਸੀਂ ਆਪਣੀ ਜ਼ਰਾ ਖਿਆਲ ਕਰੀਏ ਕਿ ਉਸ ਸਮੇਂ ਜਿੱਥੇ ਸੀਮਤ ਸਾਧਨ ਲੈ ਕੇ ਤੁਰੇ ਸਨ ਪਿੰਡਾਂ ਦੇ ਵਿੱਚੋਂ ਗਰੀਬ ਲੋਕ, ਰਸਦ ਕੋਈ ਬਹੁਤੀ ਨਹੀਂ ਸੀ, ਲੜਾਈ ਦਾ ਸਮਾਨ ਵੀ ਬਹੁਤਾ ਨਹੀਂ ਸੀ, ਖਾਣ ਵਾਸਤੇ ਜਿੰਨਾ ਕੁ ਨਾਲ ਥੋੜ੍ਹਾ ਬਹੁਤ ਲਿਆ ਸਕੇ ਸਨ, ਜੋ ਕੁਛ ਘਰ ਸੀ ਸਾਰਾ ਕੁਛ ਚੁੱਕ ਲਿਆਏ ਸਨ। ਅਤੇ ਫਿਰ ਘੋੜੇ ਵੀ ਸੀਮਤ ਸਨ, ਫਿਰ ਘੋੜਿਆਂ ਲਈ ਵੀ ਘਾਹ ਅਤੇ ਅੰਨ ਚਾਹੀਦਾ ਸੀ। ਅਤੇ ਇਸ ਔਖੇ ਸਮੇਂ ਕਮਾਲ ਵੇਖੋ, ਇੱਕ ਨਹੀਂ, ਦੋ ਨਹੀਂ, 20 ਇਤਿਹਾਸਕਾਰਾਂ ਨੇ ਲਿਖਿਆ, ਇੱਕ ਵੀ ਸਿੰਘ ਨੇ ਹਿੰਮਤ ਨਹੀਂ ਹਾਰੀ। ਫਿਰ ਸਿਰਫ ਸਿੰਘਾਂ ਨੇ ਨਹੀਂ, ਕਮਾਲ ਵੇਖੋ ਕਿਸ ਤਰੀਕੇ ਜਾਨਵਰ ਨੂੰ ਵੀ ਉਹ ਲੋਕ ਪ੍ਰਣਾਏ ਹੋਏ ਸਨ ਕਿ ਕਿਸੇ ਘੋੜੇ ਨੇ ਵੀ ਇਹ ਨਹੀਂ ਕਿਹਾ, ਨਾ ਉਹ ਚੀਕ ਕੇ ਬਾਹਰ ਨਿਕਲਿਆ, ਨਾ ਘੋੜਾ ਮੋਇਆ ਕਿ ਮੇਰੇ ਕੋਲ ਖੁਰਾਕ ਨਹੀਂ। ਇਸ ਤਰੀਕੇ ਦੀ ਚੜ੍ਹਦੀ ਕਲਾ ਦਾ ਅਹਿਸਾਸ ਸੀ ਉਹਦੇ ਅੰਦਰ, ਸਾਰੇ ਕਿਲੇ ਦੇ ਅੰਦਰ, ਕਿ ਨਿੱਕੇ ਨਿੱਕੇ ਬਾਲ ਵੀ ਜਿਹੜੇ ਉਦੋਂ ਨਾਲ ਸਨ, ਉਹਨਾਂ ਨੇ ਵੀ ਆਪਣੀ ਹਿੰਮਤ ਨਹੀਂ ਛੱਡੀ ਅਤੇ ਕਿਸੇ ਨੇ ਇਸ ਚੜ੍ਹਦੀ ਕਲਾ ਤੋਂ ਇੱਕ ਪਲ ਛਿਨ ਵੀ ਪਰਾਂ ਧਿਆਨ ਨਹੀਂ ਕੀਤਾ। ਯਾਨੀ ਜੇ ਉਹ ਜੀ ਰਹੇ ਸਨ ਹਵਾ ਜਾਂ ਪਾਣੀ ਉੱਤੇ, ਤਾਂ ਨਾਲ ਚੜ੍ਹਦੀ ਕਲਾ ਸੀ ਜਿਹੜੀ ਉਹਨਾਂ ਦੇ ਹੌਸਲੇ ਬੁਲੰਦ ਰੱਖ ਰਹੀ ਸੀ। ਇਸ ਪਹਿਲੀ ਵਾਰ ਸ਼ੁਰੂ ਹੋਇਆ ਸੀ ਜਿੱਥੇ ਗੁਰੂ ਸਾਹਿਬ ਨੇ ਔਖਾ ਸਮਾਂ ਆਉਂਦਾ ਵੇਖ ਗੁਰਿੱਲਾ ਜੰਗ ਦੀ ਵਿਧੀ ਅਪਣਾਈ। ਇਹ ਉਸ ਸਮੇਂ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਅਨੇਕ ਵਾਰ ਫਿਰ ਇਹ ਕੋਸ਼ਿਸ਼ ਕੀਤੀ ਗਈ, ਜਿੱਥੇ ਵਾਕਈ ਇਤਿਹਾਸ ਸਿਰਜਿਆ ਗਿਆ, ਜਿੱਥੇ ਵੀ ਕਿਤੇ ਇਹ ਗੁਰਿੱਲਾ ਵਿਧੀ ਸ਼ੁਰੂ ਹੋਈ। ਪਰ ਇਹ ਸੋਚ ਗੁਰੂ ਗੋਬਿੰਦ ਸਿੰਘ ਜੀ ਦੀ ਉਪਜੀ ਸੀ ਕਿ ਉਹਨਾਂ ਨੇ ਛੋਟੇ ਛੋਟੇ ਛਾਪੇ ਮਾਰ ਜੱਥੇ ਤਿਆਰ ਕੀਤੇ ਅਤੇ ਕਿਹਾ ਕਿ ਰਾਤ ਨੂੰ ਤੁਸੀਂ ਜਦੋਂ ਵੀ ਮੁਗਲ ਫੌਜ ਦੇ ਸਿਪਾਹੀ ਸੁੱਤੇ ਹੁੰਦੇ ਨੇ, ਉਦੋਂ ਜਾ ਕੇ ਹੱਲਾ ਬੋਲੋ, ਅਤੇ ਫਿਰ ਉਸ 'ਤੇ ਯਾਨੀ ਜਦੋਂ ਹੱਲਾ ਬੋਲ ਦਿੱਤਾ, ਉਸ ਤੋਂ ਬਾਅਦ ਜੰਗੀ ਸਮਾਨ ਅਤੇ ਜੋ ਰਸਦ ਉੱਥੋਂ ਇਕੱਠੀ ਹੋ ਸਕਦੀ ਹੈ ਉਹ ਲੈ ਕੇ ਆਈ ਜਾਵੇ। ਸੋ ਇਹ ਹੱਲੇ ਰਾਤ ਵੇਲੇ ਦੇ ਸ਼ੁਰੂ ਹੋਏ, ਜਿਹੜੇ ਬੜੇ ਮਸ਼ਹੂਰ ਹੋਏ ਸਨ ਬਾਅਦ ਵਿੱਚ ਕਿ ਸਿੰਘਾਂ ਦੇ 12 ਵੱਜਦੇ ਨੇ। ਉਹ 12 ਸਨ ਸਿੰਘਾਂ ਦੇ ਜਾਗਣ ਦਾ ਸਮਾਂ, ਸ਼ੇਰਾਂ ਦੇ ਗਰਜਨ ਦਾ ਸਮਾਂ, ਜਿਨ੍ਹਾਂ ਨੇ ਸਾਹਮਣੇ ਪਏ ਉੱਥੇ ਫੌਜੀਆਂ ਦਾ ਟਾਕਰਾ ਵੀ ਕੀਤਾ ਅਤੇ ਭੁੱਖੇ ਭਾਣਿਆਂ ਨੇ ਉੱਥੋਂ ਉਹਨਾਂ ਤੋਂ ਰਸਦ ਵੀ ਲਿਆਉਣੀ ਸ਼ੁਰੂ ਕੀਤੀ, ਉਹਨਾਂ ਤੋਂ ਹਥਿਆਰ ਵੀ ਫੜਨੇ ਸ਼ੁਰੂ ਕੀਤੇ। ਅਤੇ ਉਹ ਡਰ, ਉਹ ਭੈ ਇੰਨਾ ਫੈਲ ਗਿਆ ਸੀ ਜੰਗ ਦੇ ਵਿੱਚ ਕਿ 12 ਵੱਜਣ ਲੱਗੇ ਨੇ। ਉਹ ਦਹਿਸ਼ਤ ਸੀ ਕਿ ਸ਼ੇਰ ਨਿਕਲਣ ਵਾਲਾ ਜੇ, ਅਤੇ ਉਹ ਸ਼ੇਰ ਦੇ ਨਿਕਲਣ ਦਾ ਡਰ ਸੀ ਕਿ ਜਿੰਨੇ ਉਸ ਥਾਂ 'ਤੇ ਖੜ੍ਹੇ ਸਨ ਫੌਜੀ, ਉਹਨਾਂ ਨੇ ਕਮਾਲ ਇਹ ਕੀਤੀ ਕਿ ਸਾਰੇ ਜੰਗੀ ਹਥਿਆਰ ਜਿੰਨੇ ਸਨ ਅਤੇ ਰਸਦ ਸਾਰੀ ਪਿਛਾਂਹ ਰੱਖਣੀ ਸ਼ੁਰੂ ਕਰ ਦਿੱਤੀ। ਕਿਸੇ ਇੱਕ ਫੌਜੀ ਨੇ ਪੁੱਛਿਆ ਕਿ ਭਈ ਜੇ ਅਸੀਂ ਜੰਗੀ ਹਥਿਆਰ ਵੀ ਪਿਛਾਂਹ ਦੇ ਦਿਆਂਗੇ ਤਾਂ ਅਸੀਂ ਤਾਂ ਮਰ ਜਾਵਾਂਗੇ ਜਦੋਂ ਉਹਨਾਂ ਨੇ ਹੱਲਾ ਬੋਲਿਆ। ਤਾਂ ਉਹਨੂੰ ਦੱਸਿਆ ਗਿਆ, ਭਾਈ ਇਹ ਸਿੰਘ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ, ਇਹਨੇ ਹੱਥਿਆਂ 'ਤੇ ਵਾਰ ਨਹੀਂ ਕਰਦੇ, ਫਿਕਰ ਨਾ ਕਰ, ਝਰੀਟ ਵੀ ਨਹੀਂ ਤੇਰੇ 'ਤੇ ਆਉਣੀ। ਜੇ ਰਸਦ ਨਹੀਂ ਹੈ, ਜੰਗੀ ਹਥਿਆਰ ਨਹੀਂ ਹੈ, ਤੇਰੇ 'ਤੇ ਵਾਰ ਨਹੀਂ ਕਰਨਗੇ। ਬਾ ਕਮਾਲ ਇਹੋ ਜਿਹੀ ਸੋਚ ਕਿੱਥੇ ਦਿਸਦੀ ਹੈ ਕਿ ਦੁਸ਼ਮਣ ਵੀ ਇਸ ਤਰੀਕੇ ਯਕੀਨ ਰੱਖਦਾ ਸੀ ਕਿ ਸਾਡੇ ਨਿਹੱਥਿਆਂ 'ਤੇ ਵਾਰ ਨਹੀਂ ਕਰਨਗੇ। ਇਹੋ ਜਿਹਾ ਇਤਿਹਾਸ, ਮਾਣਮੱਤਾ ਇਤਿਹਾਸ ਕਿੱਥੇ ਮਿਲਦਾ ਹੈ। ਉਹ ਜੰਗੀ ਰਸਦ ਜਦੋਂ ਪਿਛਾਂਹ ਚਲੀ ਗਈ ਤਾਂ ਥੋੜ੍ਹਾ ਔਖਾ ਸੀ, ਪਰ ਉਸ ਸਮੇਂ ਜੋ ਫਾਇਦਾ ਹੋਇਆ ਉਹ ਇਹ ਕਿ ਜਿਹੜੀ ਲੁੱਟ ਮਾਰ ਕਰਨ ਦੀ ਨੀਅਤ ਨਾਲ ਲੋਕ ਜੁੜੇ ਸਨ, ਜਿਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਸੀ ਹੋਇਆ, ਉਹਨਾਂ ਨੇ ਵੇਖਿਆ ਕਿ ਅੰਦਰੋਂ ਤਾਂ ਕੁਝ ਖੌਰੇ ਮਿਲਣਾ ਕਿ ਨਹੀਂ,
ਸੋ ਬਾਹਰਲੇ ਪਿੰਡਾਂ ਦੇ ਜਿੱਥੇ ਲੋਕ ਬੈਠੇ ਸਨ ਉਹਨਾਂ ਨਾਲ ਉਹਨਾਂ ਨੇ ਲੁੱਟ ਖਸੁੱਟ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹਨਾਂ ਦਾ ਮਕਸਦ ਹੀ ਇਹ ਸੀ। ਉਹਨਾਂ ਨੇ ਆਸ-ਪਾਸ ਦੇ ਹਜ਼ਾਰਾਂ ਘਰਾਂ ਨੂੰ ਲੁੱਟਿਆ, ਔਰਤਾਂ ਦੀ ਬੇਪਤੀ ਕੀਤੀ, ਜ਼ਮੀਨ ਜਾਇਦਾਦ ਖਰਾਬ ਕੀਤੀ, ਫਸਲ ਉਜਾੜ ਦਿੱਤੀ। ਲੋਕ ਤਰਾਹ ਕਰ ਉੱਠੇ, ਹਾਹਾਕਾਰ ਮਚ ਗਈ। ਇਹਦੇ ਨਾਲ ਜੋ ਵਾਪਸ ਯਾਨੀ ਜੋ ਆਮ ਲੋਕ ਸਨ, ਜੋ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ, ਜੰਗ ਦੇ ਵਿੱਚ ਸ਼ਾਮਲ ਵੀ ਨਹੀਂ ਸੀ, ਉਹ ਬਦੋ ਬਦੀ ਇੱਕ ਪੋਜ਼ੀਟਿਵਿਟੀ ਨਾਲ, ਇੱਕ ਪੋਜ਼ੀਟਿਵ ਸੋਚ ਨਾਲ, ਸਕਾਰਾਤਮਕ ਸੋਚ ਨਾਲ ਇਸ ਤਰੀਕੇ ਜੁੜਨ ਲੱਗੇ ਕਿ ਉਹ ਕਿਲੇ ਦੇ ਅੰਦਰ ਜੋ ਬੈਠੇ ਨੇ ਉਹ ਚੰਗੇ ਲੋਕ ਨੇ, ਜੋ ਬਾਹਰ ਬੈਠੇ ਨੇ ਇਹ ਤਾਂ ਲੁੱਟਣ ਵਾਸਤੇ ਆਏ ਨੇ, ਇਹ ਤਾਂ ਠੱਗ ਨੇ, ਇਹ ਤਾਂ ਡਾਕੂ ਨੇ। ਅਸੀਂ ਉਹਨਾਂ ਦੇ ਵੱਲ ਦੇ ਕਿਉਂ ਨਾ ਹੋਈਏ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਦਦ ਕਰੀਏ, ਰਸਦ ਪਹੁੰਚਾਈਏ। ਸੋ ਇਹੀ ਕਾਰਨ ਸੀ ਕਿ ਘਿਰੇ ਹੋਏ ਬੰਦਿਆਂ ਨਾਲ ਹਮਦਰਦੀ ਹੋਣੀ ਸ਼ੁਰੂ ਹੋਈ ਆਮ ਲੋਕਾਂ ਦੀ, ਜਿਸ ਨੇ ਔਰੰਗਜ਼ੇਬ ਨੂੰ ਹਿਲਾ ਕੇ ਰੱਖ ਦਿੱਤਾ। ਉਹਨੂੰ ਲੱਗਿਆ ਕਿ ਜੇ ਇਹ ਬਾਹਰ ਬੈਠੇ ਸਾਰੇ ਲੋਕ ਵੀ ਕਿਲੇ ਵਾਲਿਆਂ ਨਾਲ ਜੁੜ ਗਏ ਤਾਂ ਮੇਰਾ ਕੱਖ ਨਹੀਂ ਰਹਿਣਾ, ਮੇਰੀ ਫੌਜ ਨੂੰ ਚੁਫੇਰਿਓਂ ਲੋਕ ਪੈ ਜਾਣਗੇ ਜੋ ਇੰਨੇ ਕੁ ਗਿਣੇ ਚੁਣੇ ਹੀ ਨਹੀਂ ਅੱਜ ਹੱਥ 'ਚ ਆ ਰਹੇ, ਅਤੇ ਜੇ ਸਾਰੀ ਖਲਕਤ ਖਿਲਾਫ ਹੋ ਗਈ ਤਾਂ ਫਿਰ ਮੇਰਾ ਕੀ ਬਣਨਾ। ਸੋ ਇਹ ਸੋਚ ਉਸਨੇ ਆਪਣੀ ਜੋ ਅੱਗੋਂ ਮਾੜੀ ਸੋਚ ਉਜਾਗਰ ਕੀਤੀ ਹੋਏ ਕਿ ਉਸਨੇ ਧੋਖੇ ਦਾ ਸਹਾਰਾ ਲਿਆ। ਇਹ ਉਹ ਸਮਾਂ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਘੱਲੀ ਗਈ ਕਿ ਤੁਹਾਡੇ ਕੋਲ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਜੋ ਖੋਈ ਜਾ ਸਕੇ, ਅਤੇ ਵਾਸਤਾ ਪਾਉਂਦੇ ਹਾਂ ਕਿ ਤੁਸੀਂ ਕਿਉਂ ਬੇਦੋਸ਼ੀਆਂ ਦਾ ਲਹੂ ਵਹਾਉਣਾ ਚਾਹੁੰਦੇ ਹੋ, ਅਤੇ ਅਸੀਂ ਤਾਂ ਬਿਲਕੁਲ ਅਮਨ ਅਮਾਨ ਚਾਹੁੰਦੇ ਹਾਂ। ਤਾਂ ਉਸ ਸਮੇਂ ਮੁਸਲਮਾਨ ਜਿੰਨੇ ਉੱਥੇ ਸਨ ਹੁਕਮਰਾਨ, ਉਹਨਾਂ ਨੇ ਕੁਰਾਨ ਦੀ ਸਹੁੰ ਖਾਧੀ, ਅਤੇ ਜਿੰਨੇ ਹਿੰਦੂ ਰਾਜੇ ਸੀ ਉਹਨਾਂ ਨੇ ਗਊ ਮਾਤਾ ਦੀ ਸਹੁੰ ਖਾਧੀ ਕਿ ਅਸੀਂ ਬਿਲਕੁਲ ਹਥਿਆਰ ਨਹੀਂ ਚੁੱਕਾਂਗੇ, ਤੁਸੀਂ ਕਿਲ੍ਹਾ ਛੱਡੋ ਅਤੇ ਨਿਕਲ ਜਾਓ। ਹੁਣ ਜ਼ਿਕਰ ਸੀ ਆਮ ਲੋਕਾਂ ਦੇ ਪ੍ਰਤੀ ਹਮਦਰਦੀ ਦਾ ਕਿ ਤੁਸੀਂ ਇਹਨਾਂ ਲੋਕਾਂ ਦੇ ਵਾਸਤੇ ਕਿਲ੍ਹਾ ਛੱਡ ਦਿਓ, ਅਸੀਂ ਹੱਥ ਨਹੀਂ ਚੁੱਕਾਂਗੇ। ਇਸ ਤਰ੍ਹਾਂ ਦੇ ਧੋਖੇ ਤੋਂ ਗੁਰੂ ਸਾਹਿਬ ਚੰਗੀ ਤਰ੍ਹਾਂ ਵਾਕਫ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਨਿਰਾ ਅਤੇ ਨਿਰਾ ਝੂਠ ਹੈ। ਇਸ ਕੋਰੇ ਝੂਠ ਤੋਂ ਭਾਵੇਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਸਮਝਾਉਣਾ ਚਾਹਿਆ, ਪਰ ਨਗਰ ਵਾਸੀ ਤੰਗ ਆ ਚੁੱਕੇ ਸਨ ਕਿ ਕੁਝ ਘੇਰਾਬੰਦੀ ਦੇ ਨਾਲ ਸਾਡੇ ਕੋਲ ਹੁਣ ਖਾਣ ਪੀਣ ਨੂੰ ਕੁਝ ਨਹੀਂ ਰਿਹਾ, ਅਤੇ ਉਹਨਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਗੁਰੂ ਸਾਹਿਬ ਨੂੰ ਮੰਨ ਜਾਣ ਲਈ। ਹੁਣ ਯੋਧਿਆਂ ਦੀ ਗਿਣਤੀ ਕਾਫੀ ਘੱਟ ਰਹਿ ਚੁੱਕੀ ਸੀ, ਸਿੱਖ ਯੋਧੇ ਕਾਫੀ ਸ਼ਹੀਦ ਹੋ ਚੁੱਕੇ ਸਨ, ਅਤੇ ਉਹਨਾਂ ਨੇ ਜਿੰਨੇ ਬਚੇ ਸਨ ਗੁਰੂ ਸਾਹਿਬ 'ਤੇ ਬਹੁਤ ਜ਼ੋਰ ਪਾਇਆ ਕਿ ਸੁਲ੍ਹਾ ਕਰ ਲਈ ਜਾਏ, ਯਕੀਨ ਕਰ ਲਿਆ ਜਾਵੇ ਜੋ ਸਾਨੂੰ ਕਿਹਾ ਜਾ ਰਿਹਾ ਸ਼ਾਇਦ ਸੱਚ ਹੋਏਗਾ। ਗੁਰੂ ਸਾਹਿਬ ਨੂੰ ਪਤਾ ਸੀ ਕਿ ਪਹਾੜੀ ਰਾਜੇ ਗਊ ਮਾਤਾ ਦੀ ਵੀ ਝੂਠੀ ਸਹੁੰ ਖਾਣ ਵਾਸਤੇ ਇਹ ਪਹਿਲਾਂ ਵੀ ਕਰ ਚੁੱਕੇ ਅਤੇ ਹੁਣ ਵੀ ਇਹਨਾਂ ਨੇ ਇਹੋ ਕੀਤਾ। ਇਹੀ ਕਾਰਨ ਸੀ ਗੁਰੂ ਸਾਹਿਬ ਨੇ ਇੱਕ ਬੜੀ ਬਾ ਕਮਾਲ ਜੁਗਤ ਵਰਤੀ। ਹੁਣ ਉਹ ਜੁਗਤ ਕੀ ਸੀ? ਉਹਨਾਂ ਕਿਹਾ, ਠੀਕ ਹੈ ਜੀ, ਮੈਂ ਤੁਹਾਡੀ ਗੱਲ ਮੰਨ ਲੈਂਦਾ, ਚਲੋ ਆਪਾਂ ਦੁਸ਼ਮਣਾਂ ਨੂੰ ਵੀ ਇਸ ਸੁਨੇਹਾ ਘੱਲ ਦਿੰਦੇ ਹਾਂ, ਪਰ ਹੁਣ ਮੇਰੀ ਇੱਕ ਗੱਲ ਮੰਨੋ ਕਿ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸਾਨੂੰ ਖੱਚਰਾਂ ਦੇ ਦਿਓ, ਅਤੇ ਖੱਚਰਾਂ ਦੇ ਉੱਤੇ ਅਸੀਂ ਆਪਣਾ ਸਮਾਨ ਲੱਦ ਕੇ ਲਿਜਾਣਾ, ਅਤੇ ਸਾਨੂੰ ਰਾਹ ਦੇ ਦਿਓ ਅਤੇ ਅਸੀਂ ਲੰਘ ਜਾਂਦੇ ਹਾਂ। ਇਸ ਜੁਗਤ ਵਿੱਚ ਕਿੰਨੀ ਕਮਾਲ ਦੀ ਅੱਗੋਂ ਗੱਲ ਨਿਕਲਦੀ ਹੈ ਕਿ ਉਹਨਾਂ ਨੇ ਦੋਨੋਂ ਪਾਸੇ ਦਿਆਂ ਨੂੰ ਤਸਵੀਰ ਦਿਖਾਉਣ ਲਈ ਇਹ ਢੰਗ ਵਰਤਿਆ ਸੀ। ਦੁਸ਼ਮਣ ਤਾਂ ਗਦ ਉੱਠੇ ਵੀ ਪਤਾ ਨਹੀਂ ਕਿੰਨਾ ਅਰਬਾਂ ਦਾ ਸਮਾਨ ਹੁਣ ਆਉਣਾ ਹੈ ਅਤੇ ਸਾਡੇ ਹੱਥ ਸਾਰੇ ਦਾ ਸਾਰਾ ਆ ਜਾਣਾ, ਅਸੀਂ ਲੁੱਟ ਕੇ ਲੈ ਜਾਵਾਂਗੇ। ਅੰਦਰੋਂ ਸਿੰਘ ਵੀ ਜੋ ਬਚੇ ਖੁਚੇ ਸਨ ਖੁਸ਼ ਸਨ ਕਿ ਅਸੀਂ ਇਸ ਘੇਰਾਬੰਦੀ ਤੋਂ ਆਜ਼ਾਦ ਹੋ ਕੇ ਘਰਾਂ ਨੂੰ ਮੁੜਾਂਗੇ। ਗੁਰੂ ਸਾਹਿਬ ਨੇ ਨੂੰ ਪਤਾ ਸੀ ਕਿ ਸੌਖਿਆਂ ਮਾਰ ਮੁਕਾਉਣ ਦੀ ਉਹਨਾਂ ਦੀ ਜੁਗਤ ਹੈ, ਪਰ ਉਹਨਾਂ ਨੇ ਕੀ ਕੀਤਾ ਕਿ ਖੱਚਰਾਂ ਦੇ ਉੱਤੇ ਕਿਹੜੀ ਜਾਇਦਾਦ ਹੋਣੀ ਸੀ ਅੰਦਰ, ਟੁੱਟੇ ਹੋਏ ਛਿੱਤਰ ਕੂੜਾ ਕਰਕਟ ਬੰਨ੍ਹ ਕੇ ਰਾਤ ਨੂੰ ਉਹਨਾਂ ਨੇ 2 ਅਗਲੀਆਂ ਖੱਚਰਾਂ ਦੇ ਸਿਰਾਂ 'ਤੇ ਮਸ਼ਾਲਾਂ ਬੰਨ੍ਹ ਦਿੱਤੀਆਂ, ਅਤੇ ਇਹ ਸਾਰੀਆਂ ਦੀਆਂ ਸਾਰੀਆਂ ਲਾਈਨ ਵਿੱਚ ਖੱਚਰਾਂ ਬਾਹਰ ਕੱਢ ਦਿੱਤੀਆਂ। ਹੁਣ ਖੱਚਰ ਲਿਜਾਉਣ ਵਾਲੇ ਸਿੰਘਾਂ ਨੂੰ ਖਾਸ ਹਦਾਇਤ ਸੀ ਕਿ ਤੁਸੀਂ ਕਾਫੀ ਵਕਫਾ ਪਾ ਕੇ ਨਾਲ ਜਾਣਾ, ਬਿਲਕੁਲ ਨਾਲ ਖੱਚਰਾਂ ਦੇ ਨਾ ਜਾਣਾ। ਸਿੰਘਾਂ ਨੂੰ ਇਸ ਗੱਲ ਬਾਰੇ ਸਮਝ ਨਹੀਂ ਆਈ।
ਪਰ ਗੁਰੂ ਸਾਹਿਬ ਦਾ ਹੁਕਮ ਸੀ, ਇਨ ਬਿਨ ਮੰਨਣਾ ਸੀ। ਸੋ ਖੱਚਰਾਂ ਜਦੋਂ ਨਿਕਲਦੀਆਂ ਵੇਖੀਆਂ, ਸਾਰੀਆਂ ਸਹੁੰਆਂ ਸਭ ਨੂੰ ਭੁੱਲ ਗਈਆਂ। ਟੁੱਟ ਕੇ ਪੈ ਗਏ ਦੁਸ਼ਮਣ ਕਿ ਅਸੀਂ ਤਾਂ ਇਹ ਮਾਲ ਅਸਬਾਬ ਲੁੱਟਣਾ। ਕਮਾਲ ਵੇਖੋ ਕਿ ਉਹ ਸਾਰੇ ਜੋ ਟੁੱਟ ਕੇ ਪਏ ਸਨ, ਆਖਰ ਕਿਸ ਚੀਜ਼ 'ਤੇ? ਟੁੱਟੇ ਹੋਏ ਛਿੱਤਰ ਅਤੇ ਕੂੜਾ ਕਰਕਟ, ਗੰਦਗੀ ਉਹਨਾਂ ਦੇ ਹੱਥ ਪਈ। ਪਰ ਪਿਛਾਂਹ ਜਿਹੜੇ ਸਿੰਘ ਜਾ ਰਹੇ ਸਨ, ਉਹਨਾਂ ਨੂੰ ਸਮਝ ਆ ਗਈ ਕਿ ਸਾਡੇ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਕਿੰਨੀ ਸੀ। ਸਹੀ ਕਹਿ ਰਹੇ ਸਨ, ਇਹ ਦੁਸ਼ਮਣ ਝੂਠੇ ਨੇ, ਇਹਨਾਂ ਨੇ ਸਿਰਫ ਸਾਨੂੰ ਮਾਰਨ ਲਈ, ਸਾਨੂੰ ਫਸਾਉਣ ਲਈ ਇਹ ਢੰਗ ਵਰਤਿਆ, ਇਹ ਤਰੀਕਾ ਵਰਤਿਆ। ਇਸੇ ਲਈ ਉਹ ਇੱਕਦਮ ਪਿਛਾਂਹ ਮੁੜ ਗਏ। ਪਰ ਜਿਸ ਤਰੀਕੇ ਦੀ ਕਰਾਰੀ ਚਪੇੜ ਦੁਸ਼ਮਣਾਂ 'ਤੇ ਪਈ, ਉਹ ਸਾਡੇ ਸਾਹਮਣੇ ਹੈ ਕਿ ਜਿਹੜੇ ਦੁਸ਼ਮਣ ਗੁਰੂ ਸਾਹਿਬ ਨੂੰ ਖ਼ਤਮ ਕਰਨ ਲਈ ਜਾਂ ਮਾਲ ਅਸਬਾਬ ਲੁੱਟਣ ਲਈ ਗਏ ਸਨ, ਟੁੱਟੇ ਹੋਏ ਛਿੱਤਰਾਂ ਨਾਲ ਕਿਸ ਤਰੀਕੇ ਦਾ ਉਹਨਾਂ ਦਾ ਮੂੰਹ ਹੋ ਗਿਆ ਹੁਣ ਸਾਨੂੰ ਸਮਝ ਆਉਂਦੀ ਹੈ। ਪਰ ਇਸ ਦੇ ਬਾਵਜੂਦ ਜੋ ਔਖਾ ਸਮਾਂ ਉਹ ਸੀ, ਜ਼ਰਾ ਤਾਂ ਸੋਚ ਕੇ ਵੇਖੀਏ ਕਿ ਕਿਸ ਤਰੀਕੇ ਪ੍ਰਣਾਏ ਹੋਏ ਸਨ ਉਹ ਸਿੰਘ ਗੁਰੂ ਸਾਹਿਬ ਦੇ ਨਾਲ। ਜਿੱਥੋਂ ਬਾਹਰੋਂ ਪਾਣੀ ਲਿਆਉਣ ਲਈ ਵੀ ਦੂਰ ਜਾਣਾ ਪੈਂਦਾ ਸੀ, ਉੱਥੇ ਲਗਭਗ ਮੀਲ ਕੁ ਦੂਰ ਪਹਾੜੀ ਤੋਂ ਪਾਣੀ ਲਿਆਉਣ ਦਾ ਇੱਕ ਰਾਹ ਸੀ, ਛੋਟੀ ਜਿਹੀ ਨਦੀ ਸੀ, ਅਤੇ ਸਿੰਘ ਉੱਥੇ ਬੈਠ ਕੇ ਦਰਖਤਾਂ ਦੀਆਂ ਛਿਲੜਾਂ ਪੀ ਕੇ ਉਹਦੇ ਵਿੱਚ ਉਸ ਪਾਣੀ ਨਾਲ ਉਹੀ ਪੀਆ ਕਰਦੇ ਸਨ, ਉਹੀ ਡੰਗਰਾਂ ਨੂੰ ਪਾਉਂਦੇ, ਉਸੇ ਨਾਲ ਗੁਜ਼ਾਰਾ ਕਰ ਰਹੇ ਸਨ। ਅਤੇ ਉਹ ਵੈਰੀਆਂ ਨੇ ਅਖੀਰ ਜਦੋਂ ਦੇਖਿਆ ਵੀ ਹੁਣ ਖਾਣਾ ਤਾਂ ਪਹੁੰਚ ਨਹੀਂ ਰਿਹਾ, ਕਾਬੂ ਫਿਰ ਨਹੀਂ ਆ ਰਹੇ, ਤਾਂ ਉਹਨਾਂ ਨੇ ਅਖੀਰ ਇੱਕ ਹੋਰ ਜੋ ਵੱਧ ਤੋਂ ਵੱਧ ਮਾੜਾ ਕਰ ਸਕਦੇ ਸਨ, ਉਹਦੇ ਵਾਸਤੇ ਇੱਕ ਆਖਰੀ ਹੱਲਾ ਜੋ ਬੋਲਣ ਲਈ ਉਹਨਾਂ ਕੋਲ ਰਾਹ ਰਹਿ ਗਿਆ ਸੀ, ਕਿ ਕੁਦਰਤੀ ਨਦੀ ਦਾ ਰੁੱਖ ਮੋੜ ਦਿੱਤਾ ਕਿ ਇਹ ਪਾਣੀ ਵੀ ਅੰਦਰ ਨਾ ਲਿਜਾ ਸਕਣ। ਸੋ ਉਦੋਂ ਭੁੱਖੇ ਭਾਣੇ ਅਤੇ ਲਿੱਸੇ ਹੋ ਚੁੱਕੇ ਸਿੰਘ, 7 ਮਹੀਨੇ ਦਾ ਸਮਾਂ ਲੰਘ ਗਿਆ ਸੀ ਇਹ ਸਾਰਾ ਕੁਛ ਕਰਦਿਆਂ, ਅਤੇ ਦਿਨ ਰਾਤ ਜਾਗ ਕੇ ਦੁਸ਼ਮਣਾਂ ਨਾਲ ਜੂਝਦੇ ਪਏ ਸਨ। ਇਤਿਹਾਸਕਾਰਾਂ ਦੀ ਜੋ ਸ਼ਬਦਾਵਲੀ ਜੋ ਉਹਨਾਂ ਨੇ ਵਰਤੀ ਹੈ ਕਿ ਇਸ ਦੇ ਬਾਵਜੂਦ ਇੱਕ ਵੀ ਸਿੰਘ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਛੱਡਿਆ। ਲਿੱਸੇ ਹੋ ਚੁੱਕੇ ਸਨ, ਬਿਲਕੁਲ ਕੁਝ ਤਾਂ ਆਖਰੀ ਸਵਾਸ ਗਿਣ ਰਹੇ ਸਨ, ਫਿਰ ਵੀ ਉਹ ਲਗਾਤਾਰ ਇਹੋ ਕੁਝ ਜ਼ਿਕਰ ਕਰਦੇ ਰਹੇ ਕਿ ਅਸੀਂ ਵੈਰੀਆਂ ਨਾਲ ਜੂਝ ਕੇ ਮਰਨਾ, ਅਸੀਂ ਇੰਝ ਦੀ ਭੁੱਖੇ ਭਾਣੇ ਵਾਲੀ ਮੌਤ ਨਹੀਂ ਮਰਨੀ, ਸਾਨੂੰ ਗੁਰੂ ਸਾਹਿਬ ਇਸ਼ਾਰਾ ਕਰ ਦਿਓ, ਅਸੀਂ ਜੰਗ ਦੇ ਮੈਦਾਨ ਵਿੱਚ ਮਰਨਾ ਚਾਹੁੰਦੇ ਹਾਂ, ਛਾਤੀ 'ਤੇ ਵਾਰ ਖਾ ਕੇ ਜਾਣਾ ਚਾਹੁੰਦੇ ਹਾਂ। ਇਹੋ ਜਿਹਾ ਬੁਲੰਦ ਹੌਸਲਾ ਕਿੱਥੇ ਵੇਖਣ ਨੂੰ ਮਿਲਦਾ ਹੈ। ਆਖਰ ਕਿੰਨੀ ਕੁ ਜੋਸ਼ ਭਰ ਦਿੱਤਾ ਹੋਣਾ ਹੈ ਕਿ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਉਹ ਸਿੰਘ ਉਹਨਾਂ ਦੇ ਕਹੇ 'ਤੇ ਆਪਣੀ ਜਾਨ ਵੀ ਅਖੀਰ ਤੱਕ ਜੰਗ ਦੇ ਵਿੱਚ ਵਾਰਨ ਲਈ ਤਿਆਰ ਖੜ੍ਹੇ ਸਨ। ਭੁੱਖ ਸਹਿਣੀ ਬਹੁਤ ਔਖੀ ਹੁੰਦੀ ਹੈ, ਲੋਕਾਂ ਦੀ ਅਣਖ ਮਾਰ ਦਿੰਦੀ ਹੈ, ਪਰ ਇੱਥੇ ਅਣਖ ਦੀ ਸਗੋਂ ਬੁਲੰਦੀ ਵੇਖਣ ਨੂੰ ਮਿਲੀ। ਉਹ ਨਿੱਕਾ ਜਿਹਾ ਨਗਰ, ਜ਼ਰਾ ਸੋਚ ਕੇ ਵੇਖੀਏ, ਜੇ ਇੰਨੀ ਵੱਡੀ ਗਿਣਤੀ 'ਚ ਖੜ੍ਹੀ ਫੌਜ ਉਜਾੜ ਵੀ ਲੈਂਦੀ ਤਾਂ ਉਹਨਾਂ ਦੇ ਹੱਥ ਮਿਹਣੇ ਹੀ ਮਿਲਣੇ ਸੀ। 7 ਮਹੀਨੇ ਤੱਕ ਜੇ ਉਹ ਨੇੜੇ ਤੇੜੇ ਫਟਕ ਵੀ ਨਾ ਸਕੇ ਹੋਣ, ਅਤੇ ਫਿਰ ਕਮਾਲ ਵੇਖੋ, ਇੱਕ ਵੀ ਜਿਉਂਦਾ ਸਿੰਘ ਉਹਨਾਂ ਦੇ ਹੱਥ ਨਹੀਂ ਆਇਆ। ਲਾਹਨਤ, ਲਾਹਨਤ ਅਤੇ ਲਾਹਨਤ ਹੀ ਹੱਥ ਆਈ। ਹਰ ਆਮ ਬੰਦਾ ਵੀ ਤਰਾਹ ਕਰ ਉੱਠਿਆ ਸੀ ਕਿ ਇੰਨਾ ਜ਼ੁਲਮ, ਅਸੀਂ ਇਹਨਾਂ ਦੇ ਨਾਲ ਹਾਂ। ਉਹ ਜਿਸ ਚੀਜ਼ ਨੂੰ ਰੋਕਣਾ ਚਾਹੁੰਦੇ ਸਨ ਦੁਸ਼ਮਣ, ਉਹ ਖੁਸ਼ਬੂ, ਉਹ ਸੋਭਾ ਚੁਫੇਰੇ ਫੈਲ ਗਈ ਸੀ। ਕਮਾਲ ਇਹ ਵੇਖੋ ਕਿ ਗੁਰੂ ਸਾਹਿਬ ਨੇ ਅਜਿਹੇ ਮੌਕੇ ਵੀ ਆਪਣਾ ਟੱਬਰ ਸੁਰੱਖਿਅਤ ਥਾਂ 'ਤੇ ਨਹੀਂ ਸੀ ਭੇਜਿਆ ਕਿ ਇਹ ਤਾਂ ਮੈਂ ਕੌਮ 'ਤੇ ਕੁਰਬਾਨ ਕਰ ਦੇਣਾ ਹੈ, ਮੈਂ ਤਾਂ ਉਹ ਯੋਧੇ ਤਿਆਰ ਕਰ ਰਿਹਾ ਜਿਨ੍ਹਾਂ ਨੇ ਆਪਣੇ ਆਉਣ ਵਾਲੀ ਜਿਹੜੀ ਮੇਰੇ ਪੁੱਤਰ ਹੋਣਗੇ ਹਜ਼ਾਰਾਂ, ਉਹਨਾਂ ਲਈ ਇਤਿਹਾਸ ਸਿਰਜਣਾ। ਤਾਂ ਉਸ ਨਿੱਕੇ ਬਾਲਾਂ ਦਾ ਰਤਾ ਸੋਚ ਕੇ ਵੇਖ ਲਈਏ ਕਿ ਕੋਈ 5-6 ਵਰਿਆਂ ਦਾ ਬਾਲ, ਕੋਈ 7-8 ਵਰਿਆਂ ਦਾ ਬਾਲ 7 ਮਹੀਨੇ ਭੁੱਖ ਦੇ ਬਾਅਦ ਵੀ ਇਸ ਤਰੀਕੇ ਬੁਲੰਦ ਹੌਸਲੇ ਨਾਲ ਖੜ੍ਹਾ ਹੋਵੇ, ਅਤੇ ਫਿਰ ਦੁਸ਼ਮਣ ਦੇ ਦੰਦ ਖੱਟੇ ਕਰਨ ਦਾ ਉਹਦੇ ਮਨ ਵਿੱਚ ਵਿਚਾਰ ਹੋਵੇ, ਤਾਂ ਇਹੋ ਜਿਹੀ ਸੋਚ ਹਮੇਸ਼ਾ ਲੋਕਾਂ ਦੇ ਵਿੱਚ ਪ੍ਰਵਾਨ ਚੜ੍ਹਦੀ ਹੈ, ਇਹ ਦੱਬੀ ਨਹੀਂ ਜਾ ਸਕਦੀ। ਅਖੀਰ
ਔਰੰਗਜ਼ੇਬ ਤੇ ਪਹਾੜੀ ਰਾਜੇ ਜਦੋਂ ਲਗਾਤਾਰ ਸਹੁੰਆਂ ਖਾਂਦੇ ਰਹੇ ਤਾਂ ਉਦੋਂ ਅਖੀਰ ਨਗਰ ਵਾਸੀ ਵੀ ਗੁਰੂ ਸਾਹਿਬ ਨਾਲ ਜਦੋਂ ਉਹਨਾਂ ਦੇ ਮੁਖੀ ਸਿੰਘ ਵੀ ਨਾਲ ਜੁੜੇ ਕਿ ਹੁਣ ਤਾਂ ਅਸੀਂ ਕਿਲ੍ਹੇ 'ਚੋਂ ਬਾਹਰ ਨਿਕਲਣਾ ਹੈ, ਪਰ ਨਿਕਲਣਾ ਹੈ ਵੈਰੀ ਨੂੰ ਦੋ ਦੋ ਹੱਥ ਵਿਖਾ ਕੇ। ਸੋ ਸਮਾਂ 9 ਮਹੀਨੇ ਦੇ ਨੇੜੇ ਤੇੜੇ ਪਹੁੰਚ ਗਿਆ ਸੀ। ਵੈਰੀਆਂ ਨਾਲ ਦੋ ਹੱਥ ਕਰਕੇ ਕਿਵੇਂ ਉੱਥੋਂ ਨਿਕਲੇ ਅਤੇ ਕਿਵੇਂ ਉਹ ਫਿਰ ਵੀ ਜਾਣ ਤੋਂ ਪਹਿਲਾਂ ਉੱਥੇ ਗੁਰਦੁਆਰਿਆਂ ਦੀ ਸੇਵਾ ਵਾਸਤੇ ਭਾਈ ਗੁਰਬਖਸ਼ ਸਿੰਘ ਜੀ ਨੂੰ ਉੱਥੇ ਟਿਕੇ ਰਹਿਣ ਦੀ ਗੱਲ ਵੀ ਕੀਤੀ ਗਈ। ਅਗਲੇ ਐਪੀਸੋਡ ਵਿੱਚ ਫਿਰ ਅਸੀਂ ਅੱਗੇ ਗੱਲ ਤੋਰਾਂਗੇ ਕਿ ਕਿਸ ਤਰੀਕੇ ਦਸੰਬਰ ਦੇ ਪਹਿਲੇ ਹਫਤੇ ਗੁਰੂ ਸਾਹਿਬ ਰਾਤ ਨੂੰ ਨਿਕਲੇ ਅਤੇ ਫਿਰ ਸਦਾ ਲਈ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਵੱਲ ਨੂੰ ਤੁਰੇ। ਉਹ ਅਗਲੇ ਐਪੀਸੋਡ ਵਿੱਚ ਫਿਰ ਤੁਹਾਡੇ ਨਾਲ ਸਾਂਝ ਕੱਢਾਂਗੇ। ਉਦੋਂ ਤੱਕ ਲਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रोजाना नितनेम अमृतमयी बाणी कथा कीर्तन ढाडी वारा सरवण करन लई सबसक्राइब करो YouTube चैनल ग्लोबल गुरबाणी ते नोटिफिकेशन लई बेल आइकन ते क्लिक करो।